परमे जन्म अनेक संकट महाजोन, लपट रहो तेह संग मीठे भोग सोन। प्रमत पार अगणत आयो, बहु परदेसां तायो। अब ओट धारी प्रभ मुरारी, सरब सुख हर नायो। राखन हारे प्रभ प्यारे, मुझ ते कछु न होआ होन। सुख सहज आनंद नानक, कृपा तेरी तरे पौन। नाम तारीक उधारे, भगतां संसा कौन। जेन केन प्रकारे, हर हर जस सुनो श्रवण। सुन श्रवण बानी, पुरख ज्ञानी। मन निधाना पावहि, हर रंग राते। प्रभ विधाते, राम के गुण गावे। बसुध कागज बनराज कलमा, लिखण को जय होए पवन। बेअंत अंत न जाए पाया, गही नानक चरण शरण। वाहिगुरु जी का खालसा, वाहिगुरु जी की फतेह। गुरु सवारी साध संगत, इस पावन छंत की आरंभता विच जो श्लोक धन गुरु अर्जन देव पातशाह जी ने फरमाया, इस सबों की व्याख्या हो रही। श्लोक सी हर हर नाम जपंतिया, कछ न कह जमकाल। नानक मन तन सुखी होए, अंते मिले गोपाल। तो इस तरह दो पदां तो बाद तीजे पद विच पातशाह फरमांदे ने, परमे जन्म अनेक संकट महाजोन। साडी ये भी एक बड़ी तकलीफ है कि असी कई जूनियां विच परमे। जिमें भगत रविदास जी ने बेनती की है, हम सर दीन दयाल न तुम सर। अब पतियार क्या कीजै, बचनी तोर मोर मन माने। जन को पूरन दीजै, हाँ बल बल जाऊं रमैया कारने। कारण कवन अबोल, बहुत जन्म बिछुरे थे माधो। ए जन्म तुम्हारे लेखे, कह रविदास आस लग जीमो। चिर भयो दर्शन देखे, परमे जन्म अनेक। 84 लाख जूनियां, पता नहीं असी किन्नियां जूनियां विच भटके। और हर जूनी दे अंदर जिहड़ा माता दे गर्भ दा संकट है, दुख है, वो भी सहन कीता। हर जूनी विच जन्म लैण वास्ते माता दे गर्भ विच जाना पे। तो परमे जन्म अनेक संकट महाजोन। हुण मनुखा जन्म मिले, ये भी तुहाडी किरपा है, पर हुण भी मैं कोई चंगे काम नहीं कर रहा। लपट रहो तेह संग, मीठे भोग सोन। हुण मैं खाण पीण दे चस्कियां विच, सोने आदਿਕ कट्ठा करन, धन कट्ठा करन विच लगी।
ਹੁਣ ਸਾਰਾ ਸਮਾਂ ਮੇਰਾ ਇੱਧਰ ਹੀ ਬੀਤਣ ਲੱਗ। ਦੇਖੋ ਇਹ ਅਹਿਸਾਸ ਹੈ। ਗੁਰੂ ਪਾਤਸ਼ਾਹ ਤੇ ਸਾਨੂੰ ਸੁੱਤਿਆਂ ਨੂੰ ਜਗਾਉਂਦੇ ਨੇ ਤੇ ਬਾਰ-ਬਾਰ ਕਹਿੰਦੇ ਨੇ ਜਾਗ ਲਿਓ ਰੇ ਮਨਾ, ਕਹਾਂ ਗਾਫਲ ਸੋਇਆ। ਤੋ ਇਹ ਸਾਰੀਆਂ ਗੱਲਾਂ ਸਾਨੂੰ ਜਗਾਉਣ ਵਾਸਤੇ ਨੇ। ਅਸੀਂ ਮਨੁੱਖਾ ਜਨਮ ਨੂੰ ਵੀ ਸਹੀ ਨਹੀਂ ਵਰਤ ਰਹੇ। ਪਹਿਲਾਂ ਵੀ ਕਈ ਜੂਨੀਆਂ ਵਿੱਚ ਚੱਕਰ ਕੱਟ ਚੁੱਕੇ ਹਾਂ, ਹੁਣ ਮਨੁੱਖਾ ਜਨਮ ਮਿਲਿਆ, ਹੁਣ ਵੀ ਅਸੀਂ ਹੋਰ ਹੀ ਪਾਸੇ ਲੱਗੇ ਹੋਏ। ਪਰਮੇ ਜਨਮ ਅਨੇਕ ਸੰਕਟ ਮਹਾ ਜੋਨ, ਲਪਟ ਰਹੋ ਤੇ ਸੰਗ ਮਿੱਠੇ ਭੋਗ ਸੋਨ। ਮਿੱਠੇ ਭੋਗ ਦਾ ਮਤਲਬ ਜਿਹੜੇ ਪਦਾਰਥ ਮਿੱਠੇ ਲੱਗਦੇ ਨੇ ਉਹਨਾਂ ਦੇ ਚਸਕਿਆਂ ਵਿੱਚ ਫਸੇ ਹੋਏ ਤੇ ਸੋਨਾ ਚਾਂਦੀ ਪੈਸੇ ਇਕੱਠੇ ਕਰਨ ਦੇ ਚੱਕਰ ਵਿੱਚ। ਭ੍ਰਮਤ ਭਾਰ ਅਗਣਤ ਆਇਓ। ਭਰਮਤ ਦਾ ਮਤਲਬ ਹੈ ਭਟਕਦੇ ਹਾਂ, ਹਰ ਜੂਨੀ ਵਿੱਚ ਭਰਮਦੇ ਹਾਂ, ਟਾਈਮ ਲੱਗ। ਪਰ ਅਸੀਂ ਆਪਣਾ ਭਾਰ ਇਕੱਠਾ ਕਰ ਲਿਆ, ਪਾਪ ਕਰਕੇ, ਗਲਤੀਆਂ ਕਰਕੇ ਸਾਡੇ ਤੇ ਅਗਣਤ ਭਾਰ ਚੜ੍ਹ ਗਿਆ ਜਿਹੜਾ ਗਿਣਿਆ ਨਹੀਂ ਜਾ ਸਕਦਾ। ਭ੍ਰਮਤ ਭਾਰ ਅਗਣਤ ਆਇਓ, ਬਹੁ ਪਰਦੇਸਾਂ ਧਾਇਓ। ਹੁਣ ਇੱਕ ਤਾਂ ਪ੍ਰਦੇਸ਼ ਦਾ ਮਤਲਬ ਹੈ ਇਸ ਦੇਸ਼ ਤੋਂ ਦੂਜੇ ਦੇਸ਼ ਵਿੱਚ, ਪਰ ਇੱਥੇ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖਾ ਜਨਮ ਤੋਂ ਵਿਛੜ ਕੇ ਹੋਰ ਜੂਨੀਆਂ ਵਿੱਚ ਜਾਣਾ, ਉਹ ਪ੍ਰਦੇਸ਼ਾਂ ਵਿੱਚ ਜਾਣਾ। ਜਿਹੜਾ ਅਸਲ ਦੇਸ਼ ਹੈ ਪਰਮਾਤਮਾ ਦੇ ਚਰਨਾਂ ਵਿੱਚ ਟਿਕਣ ਦਾ, ਉਹ ਤੇ ਹਾਲੀ ਮਿਲਿਆ। ਭ੍ਰਮਤ ਭਾਰ ਅਗਣਤ ਆਇਓ, ਬਹੁ ਪਰਦੇਸਾਂ ਧਾਇਓ। ਕਈ ਪ੍ਰੇਮੀਆਂ ਨੂੰ ਪਰਦੇਸੈ ਬੋਲਦੇ ਨੇ, ਨਹੀਂ, ਜਦੋਂ ਹਾਏ ਦਾ ਕੰਨਾ ਹੋਵੇ ਇਹ ਬਹੁ ਵਚਨ ਦਾ ਸੂਚਕ ਹੈ ਪਰਦੇਸਾਂ। ਅਬ ਓਟ ਧਾਰੀ ਪ੍ਰਭ ਮੁਰਾਰੀ, ਸਰਬ ਸੁਖ ਹਰਿ ਨਾਇਓ। ਹੁਣ ਥੋੜੀ ਸਮਝ ਆਈ ਤੇ ਸਮਝ ਆਉਣ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਵੱਲੋਂ ਧਿਆਨ ਹਟਾ ਕੇ ਅਬ ਓਟ ਧਾਰੀ, ਹੁਣ ਮੈਂ ਤੁਹਾਡਾ ਆਸਰਾ ਲਿਆ। ਪ੍ਰਭ ਮੁਰਾਰੀ, ਇੱਥੇ ਪ੍ਰਭ ਦਾ ਭੱਬਾ ਮੁਕਤਾ ਸੰਬੋਧਨ ਹੈ। ਹੇ ਮੁਰਦੈਨ ਤੇ ਮਾਰਨ ਵਾਲੇ ਪ੍ਰਭੂ, ਸਰਬ ਸੁਖ ਹਰਿ ਨਾਇਓ। ਹੁਣ ਮੈਨੂੰ ਸਮਝ ਆਈ ਕਿ ਇਹਨਾਂ ਪਦਾਰਥਾਂ ਵਿੱਚ ਸੁੱਖ ਨਹੀਂ, ਸਾਰੇ ਸੁੱਖ ਤੁਹਾਡੇ ਨਾਮ ਜਪਣ ਵਿੱਚ ਆ। ਇਸ ਲਈ ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਰਾਖਣ ਹਾਰੇ ਪ੍ਰਭ ਪਿਆਰੇ, ਮੁਝ ਤੇ ਕਛੂ ਨ ਹੋਵਾ ਹੋਣ। ਹੇ ਪਿਆਰੇ ਪ੍ਰਭੂ ਜੀ, ਤੁਸੀਂ ਰੱਖਣ ਹਾਰੇ। ਇਸ ਲਈ ਸਾਰੇ ਭਗਤਾਂ ਨੇ, ਸਾਰੇ ਗੁਰਮੁਖਾਂ ਨੇ ਇਹੀ ਬੇਨਤੀ ਕੀਤੀ, ਸਾਡਾ ਹੋਰ ਕੋਈ ਆਸਰਾ ਨਹੀਂ। ਕਿਸੇ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ। ਕੋਈ ਆਂਦਾ ਮੇਰਾ ਪੁੱਤਰ ਮੇਰਾ ਸਾਥੀ ਹੈ, ਕੋਈ ਆਂਦਾ ਮੇਰਾ ਪਿਤਾ ਸਾਥੀ ਹੈ, ਕੋਈ ਆਂਦਾ ਕੋਈ ਮਿੱਤਰ, ਮੇਰਾ ਕੋਈ ਸਾਥੀ। ਰਾਖਣ ਹਾਰੇ ਪ੍ਰਭ ਪਿਆਰੇ, ਮੁਝ ਤੇ ਕਛੂ ਨਾ ਹੁਆ ਹੋਣ। ਮੇਰੇ ਵਿੱਚ ਕੋਈ ਸਮਰੱਥਾ ਨਹੀਂ ਹੈ ਕਿ ਮੈਂ ਕੁਝ ਕਰ ਸਕਾਂ, ਮੈਨੂੰ ਤੇ ਤੁਹਾਡੀ ਓਟ ਹੈ। ਸੁਖ ਸਹਿਜ ਆਨੰਦ ਨਾਨਕ, ਕਿਰਪਾ ਤੇਰੀ ਤਰੇ ਭਉਨ। ਆਖਿਆ ਨਾਨਕ ਜੀ ਫਰਮਾਉਂਦੇ, ਹੇ ਪ੍ਰਭੂ, ਤੇਰੀ ਕਿਰਪਾ ਦੇ ਨਾਲ ਤੇਰਾ ਨਾਮ ਜਪ ਸਕਦਾ, ਤੇਰਾ ਨਾਮ ਜਪ ਕੇ ਸੁਖ ਸਹਿਜ ਆਨੰਦ ਇਹ ਦਾਤਾਂ ਪ੍ਰਾਪਤ ਕਰ ਸਕਦਾ। ਔਰ ਤਰੇ ਭਉਨ, ਇਹ ਜਿਹੜਾ ਭਵਨ ਭਵ ਸਾਗਰ ਹੈ, ਸੰਸਾਰ ਸਮੁੰਦਰ ਹੈ, ਇਹਦੇ ਤੋਂ ਵੀ ਤੇਰੇ ਨਾਮ ਨਾਲ ਲੱਗ ਕੇ ਤਰਿਆ ਜਾ ਸਕਦਾ। ਹੁਣ ਚੌਥੇ ਪਦ ਵਿੱਚ ਮਹਾਰਾਜ ਕਹਿੰਦੇ ਨਾਮ ਤਾਰੀਕ ਉਦਾਰੇ,
ਨਾਮਧਾਰੀ ਕੌਣ ਹੁੰਦੇ ਨੇ? ਜਿਨ੍ਹਾਂ ਨੇ ਨਾਮ ਤੇ ਰੱਖਿਆ ਹੁੰਦਾ ਭਗਤ, ਪਰ ਅੰਦਰੋਂ ਭਗਤ ਨਹੀਂ ਹੁੰਦੇ, ਉਹ ਨਾਮ ਤਰੀਕ ਨੇ। ਆਖਿਆ ਤੁਸੀਂ ਐਸੇ ਵੀ ਲੋਕਾਂ ਦਾ ਉਧਾਰ ਕੀਤਾ। ਹੁਣ ਆਮ ਬੰਦਾ ਸੁਣ ਕੇ ਹੈਰਾਨ ਹੋ ਜਾਂਦਾ ਵੀ ਇਹ ਕਿਵੇਂ ਹੋ ਸਕਦਾ। ਬਾਣੀ ਪੜ੍ਹ ਕੇ ਦੇਖੋ, ਬਾਣੀ ਵਿੱਚ ਲਿਖਿਆ ਭਗਤ ਸਧਨਾ ਜੀ ਦਾ ਇੱਕ ਸ਼ਬਦ, ਹੋਰ ਵੀ ਕਈ ਸ਼ਬਦ ਹੋਣਗੇ। ਕਹਿੰਦੇ ਨੇ ਭਗਤ ਸਧਨਾ ਜੀ ਕਸਾਈ ਦਾ ਕਿੱਤਾ ਕਰਦੇ ਸਨ। ਲੰਬੀ ਗਾਥਾ ਹੈ। ਉਹਨਾਂ ਨੂੰ ਕਿਸੇ ਦੋਸ਼ ਵਿੱਚ ਰਾਜੇ ਨੇ ਪਕੜ ਲਿਆ ਤੇ ਹੁਕਮ ਕੀਤਾ ਕਿ ਇਸ ਨੂੰ ਕਿਲੇ ਦੀ ਕੰਧ ਦੇ ਵਿੱਚ ਚਿਣ ਕੇ ਮਾਰ ਦਿਓ। ਉਦੋਂ ਭਗਤ ਸਧਨਾ ਜੀ ਨੇ ਪਰਮਾਤਮਾ ਨੂੰ ਯਾਦ ਕੀਤਾ ਤੇ ਸ਼ਬਦ ਉਚਾਰਨ ਕੀਤਾ। ਆਖਿਆ ਨੇ ਪਕਰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ। ਧਿਆਨ ਦੇਣਾ, ਸਮੇਂ ਦੀ ਪਾਬੰਦੀ ਵੀ ਹੈ, ਪਰ ਇਹ ਗੱਲ ਦੱਸਣੀ ਵੀ ਜ਼ਰੂਰੀ। ਕਹਿੰਦੇ ਨੇ ਕਿਸੇ ਰਾਜੇ ਦੀ ਲੜਕੀ ਨੇ ਪ੍ਰਣ ਕਰ ਲਿਆ ਕਿ ਮੈਂ ਤੇ ਵਿਸ਼ਨੂੰ ਭਗਵਾਨ ਨਾਲ ਵਿਆਹ ਕਰਾਉਣਾ। ਇੱਕ ਮਿਸਤਰੀਆਂ ਦਾ ਮੁੰਡਾ ਤਰਖਾਣਾ ਦਾ, ਉਹਨੇ ਸੋਚਿਆ ਆਪਾਂ ਵਿਸ਼ਨੂੰ ਬਣ ਜਾਈਏ, ਆਪਾਂ ਇਸ ਰਾਜਕੁਮਾਰੀ ਨਾਲ ਵਿਆਹ ਕਰਾਈ। ਉਹਨੇ ਵਿਸ਼ਨੂੰ ਜੀ ਦਾ ਰੂਪ ਬਣਾਇਆ, ਇੱਕ ਗਰੜ ਬਣਾਇਆ ਤੇ ਐਸੇ ਤਰੀਕੇ ਨਾਲ ਉਹਦੇ 'ਚ ਕਲਾ ਲਾਈ ਕਿ ਉਸ ਰਾਜਕੁਮਾਰੀ ਦੇ ਮਹਿਲਾਂ ਵਿੱਚ ਜਾ ਕੇ ਉਤਾਰੇ। ਲੜਕੀ ਵੇਖ ਕੇ ਬੜੀ ਹੈਰਾਨ ਹੋਈ। ਆਖਣਗੀ ਦੇਖ, ਮੈਂ ਤੇਰੇ ਪਿਆਰ ਕਰਕੇ ਤੂੰ ਮੈਨੂੰ ਯਾਦ ਕੀਤਾ, ਮੈਂ ਆ ਗਈ, ਪਰ ਮੈਂ ਇਸ ਰੂਪ ਵਿੱਚ ਇੱਥੇ ਰਹਿ ਨਹੀਂ ਸਕਦਾ। ਲੜਕੀ ਬੜੀ ਖੁਸ਼, ਉਹਨੇ ਆਪਣੇ ਪਿਤਾ ਨੂੰ ਦੱਸਿਆ। ਪਿਤਾ ਬੜਾ ਖੁਸ਼, ਜੇ ਵਿਸ਼ਨੂੰ ਭਗਵਾਨ ਮੇਰਾ ਜਵਾਈ ਬਣੇ ਤੇ ਇਹਦੋਂ ਵਧੀਆ ਗੱਲ ਕਿਹੜੀ। ਉਹਨੇ ਲੜਕੀ ਦਾ ਵਿਆਹ ਕਰਾ। ਹੁਣ ਉਹ ਉੱਥੇ ਰਹਿਣ ਲੱਗ ਪਏ ਆਮ ਲੋਕਾਂ ਵਾਂਗ, ਪਰ ਰਾਜੇ ਦੇ ਅੰਦਰ ਬੜਾ ਨਿਸ਼ਚਾ ਕਿ ਮੇਰਾ ਜਵਾਈ ਵਿਸ਼ਨੂੰ ਭਗਵਾਨ, ਹੁਣ ਮੈਨੂੰ ਕੀ ਖਤਰਾ ਹੈ। ਕਹਿੰਦੇ ਉਸ ਨੇ ਆਪਣੀਆਂ ਫੌਜਾਂ ਨੂੰ ਛੁੱਟੀ ਕਰ ਦਿੱਤੀ ਭਈ ਹੁਣ ਮੈਨੂੰ ਕੋਈ ਖਤਰਾ ਹੀ ਨਹੀਂ ਹੈ। ਪਰ ਉਹ ਤਾਂ ਨਾਮ ਤਰੀਕ ਭਗਤ ਸੀਗਾ, ਉਹ ਤੇ ਆਪਣੇ ਸਵਾਰਥ ਕਰਕੇ ਭਗਤ ਬਣਿਆ ਸੀ। ਗੁਆਂਢੀ ਰਾਜੇ ਨੂੰ ਪਤਾ ਲੱਗਾ ਵੀ ਇਹਨੇ ਤੇ ਫੌਜਾਂ ਢਾਤੀਆਂ, ਉਹਨੇ ਹਮਲਾ ਦੀ ਤਿਆਰੀ ਕਰ। ਹੁਣ ਨਕਲੀ ਵਿਸ਼ਨੂੰ ਭਗਵਾਨ ਜੀ ਨੂੰ ਫਿਕਰ ਪੈ ਗਿਆ ਵੀ ਇਹਦਾ ਕੰਮ ਖਰਾਬ ਹੋ ਗਿਆ। ਹੁਣ ਉਹ ਤਰਲੇ ਲੈਣ ਲੱਗਾ, ਹੇ ਵਾਹਿਗੁਰੂ, ਮੈਂ ਤੇ ਆਪਣੇ ਮਤਲਬ ਲਈ ਇਹ ਕੰਮ ਕੀਤਾ ਸੀ, ਹੁਣ ਜੇ ਇਸ ਰਾਜੇ ਦੀ ਰਾਖੀ ਨਾ ਕੀਤੀ ਤੇ ਬਦਨਾਮੀ ਤੁਹਾਡੀ ਹੋਵੇਗੀ। ਲੋਕ ਕਹਿਣਗੇ ਵਿਸ਼ਨੂੰ ਭਗਵਾਨ ਜਵਾਈ ਤੇ ਇਹਦਾ ਇਹ ਜਿੱਤਿਆ ਹਾਰਿਆ ਗਿਆ। ਗੱਲ ਕੀ, ਇਹ ਮਿਥਿਹਾਸ ਵਿੱਚ ਕਥਾ ਆਉਂਦੀ ਹੈ ਤੇ ਭਗਤ ਸਧਨਾ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਉਹਨਾਂ ਨੇ ਆਖਿਆ, ਹੇ ਵਾਹਿਗੁਰੂ, ਨਿਪਕੰਨਿਆ ਕੇ ਕਾਰਣੇ ਇੱਕ ਭਇਆ ਭੇਖ ਧਾਰੀ, ਸਵਾਰ ਕਾਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ। ਕਹਿੰਦੇ ਆਕਾਸ਼ਬਾਣੀ ਹੋਈ ਸਦਨਿਆ, ਇਹ ਤੇਰੇ ਕਰਮਾਂ ਦਾ ਫਲ ਹੈ। ਭਗਤ ਜੀ ਨੇ ਪਤਾ ਕੀ ਆਖਿਆ? ਆਖਿਆ ਲੋਕ ਕਹਿੰਦੇ ਨੇ ਸ਼ੇਰ ਦੀ ਸ਼ਰਨ ਵਿੱਚ ਆਓ। ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੈ, ਸਿੰਘ ਸ਼ਰਨ ਕਤ ਜਾਈਐ, ਜੋ ਜੰਬੁਕ ਗਰਾਸੈ। ਆਖਿਆ ਫਿਰ ਤੁਹਾਡੀ ਸ਼ਰਨ ਵਿੱਚ ਆਉਣ ਦਾ ਫਾਇਦਾ ਕੀ? ਜੇ ਕਰਮ ਰੂਪੀ ਗਿੱਦੜਾਂ ਨੇ ਮੈਨੂੰ ਖਾਈ ਜਾਣਾ, ਫਿਰ ਸ਼ੇਰ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ? ਗੱਲ ਕੀ, ਪਰਮਾਤਮਾ ਨੂੰ ਉਹਦੀ ਸਹਾਇਤਾ ਲਈ ਆਉਣਾ ਪਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਨਾਮ ਤਾਰੀਕ ਉਧਾਰੇ,
ਹਾਲਾਂਕਿ ਉਹ ਭਗਤ ਨਹੀਂ ਸੀ, ਉਹ ਸਿਰਫ ਕਾਮ ਵਾਸਤੇ, ਸਵਾਰਥ ਵਾਸਤੇ ਨਕਲੀ ਵਿਸ਼ਨੂੰ ਭਗਵਾਨ ਬਣ ਕੇ ਆਇਆ ਸੀ। ਪਰ ਤੁਸੀਂ ਉਹਦੀ ਵੀ ਲਾਜ ਰੱਖੀ। ਨਾਮ ਤਾਰੀਕ ਉਧਾਰੇ ਭਗਤਾਂ ਸੰਸਾ ਕੌਣ। ਤੇ ਜਿਹੜੇ ਮਨ ਬਚਨ ਕਰਮ ਕਰਕੇ ਤੁਹਾਡੇ ਭਗਤ ਨੇ, ਭਗਤਾਂ ਇੱਥੇ ਬਹੁ ਬਚਨ ਹੈ, ਤੇ ਜਿਹੜੇ ਸੱਚਮੁੱਚ ਭਗਤੀ ਕਰਦੇ ਨੇ ਉਹਨਾਂ ਨੂੰ ਕਾਹਦਾ ਸੰਸਾ, ਉਹਨਾਂ ਨੂੰ ਕਾਹਦਾ ਖਤਰਾ, ਉਹਨਾਂ ਨੂੰ ਕੋਈ ਭਰਮ ਨਹੀਂ। ਉਹਨਾਂ ਦੀ ਰਾਖੀ ਤਾਂ ਤੁਸੀਂ ਕਰਨੀ ਹੈ। ਜੇ ਨਾਮ ਤਰੀਕਾਂ ਦੀ ਕਰ ਸਕਦੇ ਹੋ ਤੇ ਭਗਤਾਂ ਦੀ ਨਹੀਂ ਕਰੋ। ਜੇਨ ਕੇਨ ਪ੍ਰਕਾਰੇ ਹਰ ਜਸ ਸੁਣੋ ਸ਼ਰਮਨ। ਲਓ ਪਾਤਸ਼ਾਹ ਕਹਿੰਦੇ ਭਾਈ ਜੇਨ ਕੇਨ ਪ੍ਰਕਾਰੇ, ਜਿਸ ਕਿਸੇ ਤਰੀਕੇ ਨਾਲ ਹਰ ਹਰ ਜਸ ਸੁਣੋ ਸ਼ਰਮਨ, ਹਰੀ ਦਾ ਨਾਮ ਸੁਣਿਆ ਕਰੋ। ਕਈ ਵਾਰੀ ਕਈ ਗੱਲਾਂ ਖੋਲ੍ਹਣ ਲਈ ਸਮਾਂ ਚਾਹੀਦਾ, ਪਰ ਸਮਾਂ ਹੁੰਦਾ ਨਹੀਂ। ਇਹ ਸਮਾਂ ਬੜਾ ਸੀਮਤ ਹੁੰਦਾ। ਹਰੀ ਦਾ ਜਸ ਸੁਣਨ ਦੇ ਨਾਲ ਕਿਹਨਾਂ ਕਿਹਨਾਂ ਦਾ ਉਧਾਰ ਹੋ ਗਿਆ, ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਲਈ ਮਹਾਰਾਜ ਕਹਿੰਦੇ ਨਾਮ ਤਾਰੀਕ ਉਧਾਰੇ ਭਗਤਾਂ ਸੰਸਾ ਕੌਣ। ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਣੋ ਸ਼ਰਮਨ। ਭਾਈ ਜਿਵੇਂ ਕਿਵੇਂ ਹੋ ਸਕੇ ਹਰੀ ਦਾ ਜਸ ਸੁਣਿਆ ਕਰੋ। ਸੁਣਨ ਦਾ ਬੜਾ ਫਾਇਦਾ। ਗੁਰੂ ਘਰ ਵਿੱਚ ਕਹਤੇ ਪੁਨੀ ਸੁਣਤੇ ਪਵਿੱਤ ਖਿਆਏ। ਕਹਿਣ ਵਾਲੇ ਵੀ ਪਵਿੱਤਰ ਤੇ ਸੁਣਨ ਵਾਲੇ ਵੀ ਪਵਿੱਤਰ। ਕਈ ਵਾਰੀ ਸੁਣਨ ਵਾਲੇ ਕਹਿਣ ਵਾਲਿਆਂ ਤੋਂ ਵੀ ਅੱਗੇ ਲੰਘ ਜਾਂਦੇ ਨੇ। ਇਸ ਲਈ ਯਤਨ ਕਰੋ। ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਣੋ ਸ਼ਰਮਨ। ਸੁਣ ਸ਼ਰਮਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵੈ। ਸੁਣਦੇ ਨੰਨੇ ਨੂੰ ਸਿਆਰੀ ਹੈ। ਸ਼ਰਮਨ ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸੁਣ ਕੇ ਪੁਰਖ ਗਿਆਨੀ, ਹੇ ਗਿਆਨੀ ਪੁਰਸ਼ ਤਥਾ ਪੁਰਖ ਗਿਆਨੀ ਹੋ ਜਾਂਦਾ। ਹੇ ਗਿਆਨਵਾਨ ਬੰਦੇ, ਜੇ ਤੂੰ ਪਰਮਾਤਮਾ ਦੀ ਕੀਰਤੀ ਸੁਣੇਗਾ ਮਨ ਨਿਧਾਨਾ ਪਾਵੈ, ਮਨ ਵਿੱਚ ਹੀ ਤੈਨੂੰ ਉਹ ਨਾਮ ਦਾ ਖਜ਼ਾਨਾ ਮਿਲ ਜਾਏਗਾ। ਖਜ਼ਾਨਾ ਉਸ ਨੂੰ ਕਹਿੰਦੇ ਜਿਹਦੇ ਵਿੱਚ ਸਭ ਕੁਝ ਹੋਵੇ। ਭਾਵ ਪਰਮਾਤਮਾ ਦਾ ਨਾਮ ਤੇਰੇ ਮਨ ਵਿੱਚ ਆ ਵਸੇਗਾ ਸੁਣਨ ਦੇ ਨਾਲ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਕਿਤਨੇ ਲੋਕ ਹਨ ਜਿਹੜੇ ਸੁਣ ਸੁਣ ਕੇ ਤਰ ਗਏ। ਇਸ ਲਈ ਮਹਾਰਾਜ ਕਹਿੰਦੇ ਨੇ ਜੇਨ ਕੇਨ ਪ੍ਰਕਾਰੇ ਹਰ ਜਸ ਸੁਣੋ ਸ਼ਰਮਨ। ਸੁਨ ਸ਼ਰਮਨ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵੈ। ਹਰ ਰੰਗ ਰਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵੈ। ਤੇ ਜਿਹੜੇ ਸੁਣਦੇ ਹਨ, ਜਿਹੜੇ ਸੁਣ ਕੇ ਹਿਰਦੇ ਵਿੱਚ ਵਸਾਉਂਦੇ ਹਨ, ਉਹਨਾਂ ਨੂੰ ਪ੍ਰਭੂ ਨਾਲ ਸਾਂਝ ਹੋ ਜਾਂਦੀ। ਹਰ ਰੰਗ ਰਾਤੇ ਪ੍ਰਭ ਵਿਧਾਤੇ, ਜਿਹੜੇ ਫਿਰ ਪਰਮਾਤਮਾ ਦੇ ਰੰਗ ਵਿੱਚ ਰਤੇ ਜਾਣਗੇ। ਉਹ ਪਰਮਾਤਮਾ ਜੋ ਸਭ ਦਾ ਸਿਰਜਣਹਾਰ ਹੈ, ਉਹ ਪਰਮਾਤਮਾ ਜੋ ਸਭ ਦੇ ਕਰਮਾਂ ਦੇ ਫਲ ਦੇਣ ਵਾਲਾ ਹੈ। ਹਰ ਰੰਗ ਰਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵੈ। ਉਹ ਫਿਰ ਉਸ ਰਮੇ ਹੋਏ ਰਾਮ ਦੇ ਗੁਣ ਗਾਉਂਦੇ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰ। ਹੁਣ ਮਹਾਰਾਜ ਅਖੀਰ 'ਚ ਕਹਿੰਦੇ ਨੇ ਹੇ ਪ੍ਰਭੂ ਬਸੁਧ ਕਾਗਜ਼ ਬਨਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ। ਬਸੁਧ ਕਹਿੰਦੇ ਨੇ ਧਰਤੀ ਨੂੰ। ਜੇ ਧਰਤੀ ਦਾ ਕਾਗਜ਼ ਬਣਾ ਲਈਏ, ਬਨਰਾਜ ਬਨਸਪਤੀ ਦੀਆਂ ਕਲਮਾਂ ਬਣਾ ਲਈਏ, ਲਿਖਣ ਵਾਸਤੇ ਪਵਨ ਹਵਾ ਨੂੰ ਬੁਲਾ ਲਈਏ, ਤੇਰੇ ਗੁਣ ਲਿਖੇ ਨਹੀਂ ਜਾ ਸਕਦੇ। ਹੇ ਪ੍ਰਭੂ ਸਾਡੀ ਤਾਂ ਤੇਰੇ ਚਰਨਾਂ ਵਿੱਚ ਬੇਨਤੀ ਹੈ। ਜੇ ਅਸੀਂ ਕਹੀਏ ਵੀ ਤੇਰੇ ਗੁਣ ਲਿਖੀਏ, ਗੁਣ ਬਿਆਨ ਕਰੀਏ, ਸਾਡੇ ਵਿੱਚ ਕੋਈ ਸਮਰੱਥਾ ਨਹੀਂ। ਬਸੁਧ ਕਾਗਜ਼ ਬਨਰਾਜ ਕਲਮਾਂ
लिखण को जे होए पवन, बेअंत अंत न जाए पाया। गई नानक चरण शरण, ਉਹ ਵਾਹਿਗੁਰੂ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਤਾਂ ਉਹਦੀ ਚਰਨ ਸ਼ਰਨ ਗਏ। ਹੇ ਵਾਹਿਗੁਰੂ, ਸਾਡੇ 'ਤੇ ਕਿਰਪਾ ਕਰੋ ਅਤੇ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਇਸ ਸੰਸਾਰ ਸਾਗਰ ਤੋਂ ਤਾਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।